डिस्ट्रिक्ट नारोवाल में नए डीपीओ की तैनाती भी डिस्ट्रिक्ट नारोवाल में चोरी और डकैती की वारदातें का मना हो असरो सूख रखता है। उनके घर डीपीओ भी पहुंच जाता है। राणा मनान साहब एमपी है, जो इस इलाके के एमपी हैं, वो भी मैंने साहब भी पहुंच जाते हैं। मैंने साहब की कॉल भी आ जाता है। डीपीओ साहब नारोवाल से चल के उनके घर यहाँ जो बंदा माड़ा गरीब आदमी है ਉਹਦੇ घर कोई नहीं आता, ਉਹਨੂੰ ਪੁੱਛਦਾ ही कोई नहीं। अस्सलाम वालेकुम नाज़रीन, मैं हूँ आपका होस्ट एबी रहमान। आप देख रहे हैं पॉजिटिव पाकिस्तान। नाज़रीन, आज मैं मौजूद हूँ तहसील शकरगढ़ के नवाही गाँव ईसा टोंडी में। डिस्ट्रिक्ट नारोवाल में नए डीपीओ की तैनाती भी डिस्ट्रिक्ट नारोवाल में चोरी और डकैती की वारदातें का मना हो सके। आए रोज चंद वाकयात ऐसे रिपोर्ट हो रहे हैं जो मोस्टली चोरी डकैती के हैं। अगर मैं कुछ गिनवाना भी चाहूँ तो छन्नी नगरोटा में एक नौजवान को कत्ल कर दिया गया। फेरूवाल में जो है वो चोरी की वारदात हुई। दमथल में एक बंदे से जो है वो होंडा 125 छीन लिया गया। इसी गांव में 3 चोरियां हो चुकी हैं। एक इस भाई जो मेरे साथ मौजूद हैं, इंतहाई गरीब आदमी हैं, इनकी भैंस चोरी हो गई है। इसी के साथ वो सामने एक घर है, वहाँ पे जो है पुलिस की वर्दी में मलबूस नौजवान ने उनके घर का सफाया कर दिया। उस साइड पे एक घर है, वहाँ पे जो है वो रिक्शा चोरी हो गया। यानी कि नए डीपीओ की तैनाती भी जिला नारोवाल में चोरी की वारदात कम ना कर सका। मेरे साथ भाई मौजूद हैं जो इंतहाई गरीब हैं। चंद दिन पहले इनकी भैंस जो है इनके घर के करीब से को खोल के ले गया है। और इनकी भैंस को कैसे चोरी किया गया, किस टाइम चोरी किया गया और वो कैसे लेके गए, ये सारी बात जो है इस भाई की जुबानी सुनते हैं। अस्सलाम वालेकुम। वालेकुम अस्सलाम। की हाल है भाई, ठीक ठाक जी? हाँ, शुक्र अल्हम्दुलिल्लाह, तुसीं सुनाओ भरावा ठीक। ਅੱਲਾ ਦਾ ਸ਼ੁਕਰ ਹੈ। ਤੁਹਾਡੀ ਮੱਝ ਪਤਾ ਲੱਗਾ ਕਿ ਚੋਰੀ ਹੋ ਗਈ ਆ ਕੋਈ 3-4 ਦਿਨ ਪਹਿਲੇ, ਤੇ ਕਿਸ ਤਰ੍ਹਾਂ ਕਿਵੇਂ ਪਤਾ ਚੱਲਿਆ? ਮੈਂ ਤਕਰੀਬਨ ਡੀਗਰ ਦੀ ਅਜ਼ਾਨ ਸੀ, ਉਦੋਂ ਮੈਨੂੰ ਬਾਹਰ ਭੱਠੇ ਪਾਏ ਨੇ। ਭੱਠੇ ਪਾ ਕੇ ਤੇ ਮੈਂ ਹੋਰ ਫੁੱਟਬਾਲ ਨਾਲ ਸੀਂਦਾ ਹਾਂ, ਭੱਠੇ ਤੇ ਕੰਮ ਕਰਦਾ ਵਾਂ। ਉਹਦੀ ਵਜ੍ਹਾ ਤੋਂ ਕਰਕੇ ਦੱਸਾਂ ਮੈਂ ਫੁੱਟਬਾਲਾਂ ਦਾ ਪਤਾ ਕਰਨ ਗਿਆ ਵਾਂ ਭੱਠੇ ਪਾ ਕੇ। ਉਹ ਤੋਂ ਬਾਅਦ 'ਚ ਆਇਆ ਮੈਂ, ਫਿਰ ਦੂਸਰੀ ਵਾਰੀ ਭੱਠੇ ਪਾਏ ਨੇ, ਭੱਠੇ ਪਾ ਕੇ ਤੇ ਮੈਂ ਸ਼ਾਮੀ ਫੁੱਟਬਾਲ ਲਿਆਂਦੇ ਨੇ, ਉਹਨਾਂ ਨੂੰ ਟਾਂਕੇ-ਛਾਂਕੇ ਮਾਰੇ ਨੇ ਸੀਣ ਵਾਸਤੇ। ਮੈਂ ਮੁੜ ਕੇ ਅੰਦਰ ਵੜ ਗਿਆ ਵਾਂ ਆਪਣੇ। ਫਿਰ ਤਕਰੀਬਨ 9 ਸਾਢੇ 9 ਦਾ ਟਾਈਮ ਹੋਣਾ ਜਦੋਂ ਮੈਂ ਬਾਹਰ ਨਿਕਲ ਕੇ ਮੱਝ ਨੂੰ ਵੇਖਿਆ, ਫਿਰ ਦੂਸਰੀ ਵਾਰੀ ਭੱਠੇ ਪਾਏ ਨੇ, ਤੀਸਰੀ ਵਾਰੀ ਉਹਨੂੰ। ਮੈਂ ਸੌਂ ਗਿਆ ਫਿਰ, ਭੱਠੇ ਪਾ ਕੇ ਨਾ ਲੰਮੇ ਪੈ ਗਿਆ। ਮੇਰੀ ਫੈਮਿਲੀ ਜਿਹੜੀ ਆਪਣੇ ਪੇਕੇ ਗਈ ਦੀ ਸੀ। ਮੈਂ ਤਕਰੀਬਨ 11 ਸਾਢੇ 11 ਦਾ 12 ਦਾ ਟਾਈਮ ਹੋਣਾ। ਮੈਂ ਬਾਹਰ ਨਿਕਲਿਆ, ਪਿਸ਼ਾਬ ਦੀ ਹਾਲਤ 'ਚ ਹੋਈ ਮੈਂ ਬਾਹਰ ਨਿਕਲਿਆ ਵਾਂ, ਪਿਸ਼ਾਬ ਬੈਠਾ ਵਾਂ ਤੇ ਮੈਂ ਨਾਲ ਹੀ ਘਰ ਦੇ ਨਾਲ ਹੀ ਬੰਨੀ ਦੀ ਵੇਖਿਆ ਵਾ ਮੱਝ ਹੈ ਨਹੀਂ। ਮੈਂ ਉੱਠ ਕੇ ਤੇ ਵੇਖਿਆ ਆਪਣੇ ਯਾਰਾਂ ਦੋਸਤਾਂ ਨੂੰ ਫ਼ੋਨ ਕੀਤਾ ਜਿਨ੍ਹਾਂ ਦੀ ਮੱਝ ਲਈ ਦੀ ਸੀ ਨਾ ਦਿਹਾੜੇ। ਮੈਂ ਉਹਨਾਂ ਨੂੰ ਵੀ ਫ਼ੋਨ ਕੀਤਾ। ਮੇਰੇ ਮੋਬਾਇਲ 'ਚ ਪੈਸੇ ਵੀ ਨਹੀਂ ਸੀ ਹੈ, ਜਿਹਦੀ ਵਜ੍ਹਾ ਕਰਕੇ ਕਿਸੇ ਨੂੰ ਮਿਸ ਕਾਲ ਵੀ ਨਹੀਂ ਗਈ। ਉਹ ਮੇਰੇ ਭਾਬੀ ਨੇ ਉਹਨਾਂ ਨੇ ਮੈਨੂੰ ਫ਼ੋਨ ਕੀਤਾ ਸਰਗੀ ਟਾਈਮ, ਬਸ ਕੀ ਗੱਲ ਤੋਂ ਫ਼ੋਨ ਕੀਤਾ ਸੀ। ਮੈਂ ਉਹਨਾਂ ਨੂੰ ਦੱਸਿਆ ਜੀ ਇਸ ਤਰ੍ਹਾਂ ਮੇਰੀ ਮੱਝ ਚੋਰੀ ਹੋ ਗਈ ਆ। ਤੇ ਅਸੀਂ ਵੇਖਿਆ ਜਿੱਧਰ ਨੂੰ ਮੱਝ ਦਾ ਪੈਰ ਗਿਆ ਸੀ, ਅਸੀਂ ਉਸ ਸਾਈਡ ਨੂੰ ਵੇਖਿਆ ਵਾ। ਸਾਨੂੰ ਅੱਗੇ ਗਾਂਹ ਨੂੰ ਖੁਰਾ ਕੋਈ ਨੀ ਨਜ਼ਰ ਆਇਆ ਹੈ। ਉਹ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕੋਈ ਗੱਡੀ ਦੇ ਵਿੱਚ ਪਾ ਕੇ ਕੋਈ ਲੈ ਗਿਆ ਉਹਨੂੰ। ਅੱਛਾ, ਤੁਸੀਂ ਖੁਰਾ ਲੱਭਦੇ ਗਏ ਹੋ, ਉਸ ਤੋਂ ਬਾਅਦ ਖੁਰੇ ਤੱਕ ਹੀ ਗਏ ਹੋ ਜਾਂ ਤੁਸੀਂ ਅੱਗੇ ਏਰੀਏ 'ਚ ਵੀ ਫਿਰੇ ਹੋ, ਅੱਗੇ ਪਿੱਛੇ ਵੀ ਫਿਰੇ ਹੋ? ਨਹੀਂ, ਸਾਈਡ ਤੇ ਮੈਂ ਬੜਾ ਫਿਰਿਆ ਵਾਂ, ਮੈਨੂੰ ਕਿਤੇ ਨਜ਼ਰ ਨਹੀਂ ਆਈ। ਮੇਰੇ ਯਾਰ ਦੋਸਤ ਨੇ 2 ਉਹ ਵੀ ਮੇਰੇ ਨਾਲ ਮੋਟਰਸਾਈਕਲ ਤੇ ਗਏ ਨੇ, ਲੱਭਦੇ-ਲੁੱਭਦੇ ਨਰਿਆਲ, ਚਜਵਾਲ, ਮਸਿਆਲ ਅਲੱਗ-ਅਲੱਗ ਦੇ ਜਿਹੜੇ ਪਿੰਡ ਨੇ ਸਾਰੇ ਸਮਰਾਵਾਂ, ਪੰਜੀ ਚੌਹਾਨ ਇਹ ਸਾਰਾ ਅਸੀਂ ਫਿਰਿਆ, ਸਾਨੂੰ ਕਿਤੇ ਨਜ਼ਰ ਨਹੀਂ ਆਈ ਹੈ। ਤੇ ਮੱਝ ਤੁਸੀਂ ਆਪਣੀ ਲੈ ਕੇ ਪਾਲੀ ਸੀ? ਨਹੀਂ ਜੀ, ਇਹ ਮੈਂ ਕਿਸੇ ਕੋਲੋਂ ਹਥਿਆਰੇ ਲਈ ਦੀ ਹੱਦ ਤੇ ਜੀ। ਕਿੰਨੀ ਦੇਰ ਪਹਿਲੇ ਲਈ? तकरीबन ਉਹਨੂੰ ਤੇ 6 साल ਹੁੰਦੇ जा रहे हैं। देखिए नाज़रीन, 4-5 साल से गरीब आदमी है, पता नहीं कैसे अपनी रोटी गुजर बसर करता है, भट्ठे पे काम करता है, फुटबॉल सिलाई करता है। तो नाज़रीन, एक बंदा जो है वो 4-5 साल से एक चीज़, एक आस, एक उम्मीद लेके कोई चीज़ पालता है। तो वो जब आस उम्मीद पूरी होने का टाइम आ जाए और वो आस उम्मीद टूट जाए, तो नाज़रीन आप बेहतर जानते हैं कि इंसान के ऊपर क्या गुजरती है। पंजाबी 'ਚ मैं कहां फसल पक जाए ਤੇ ਵੱਢ ਕੋਈ ਹੋਰ ਲੈ ਜੇ, ਤੇ ਨਾਜ਼ਰੀਨ ਫਿਰ ਉਸ ਫਸਲ ਵਾਲੇ ਤੇ ਕੀ ਗੁਜ਼ਰਦੀ ਹੈ ਤੁਸੀਂ ਬਿਹਤਰ ਜਾਣਦੇ ਹੋ। ਤੇ ਉਸ ਤੋਂ ਬਾਅਦ ਤੁਸੀਂ ਰਿਪੋਰਟ ਕਿਵੇਂ ਕਰਵਾਈ, ਪੁਲਿਸ ਵਾਲਿਆਂ ਨੂੰ ਕਿਵੇਂ ਸੱਦਿਆ, ਪੁਲਿਸ ਵਾਲਿਆਂ ਨੂੰ ਕਿਵੇਂ ਦੱਸਿਆ? ਮੈਂ ਉਹ ਜਿਹਨਾਂ ਦੇ ਕੋਲੋਂ ਕੱਟੀ ਲਿਆਂਦੀ ਦੀ ਸੀ ਨਾ ਮੱਝ, ਉਹਨਾਂ ਨੂੰ ਫ਼ੋਨ ਕੀਤਾ, ਉਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਆਏ ਨੇ ਇੱਥੇ। ਆਣ ਕੇ ਉਹਨਾਂ ਨੇ ਵੇਖਿਆ-ਵੂਖਿਆ, ਮੁੜ ਕੇ ਮੈਂ ਉਹਨਾਂ ਦੇ ਨਾਲ ਗਿਆ, ਉਹਨਾਂ ਨੇ ਜਾ ਕੇ ਉੱਥੇ ਦਰਖਾਸਤ ਲਿਖਾਈ ਆ। ਦਰਖਾਸਤ ਲਿਖਾਈ ਆ, ਉਹ ਤੋਂ ਬਾਅਦ 'ਚ 2 ਵਾਰੀ ਆਏ ਨੇ, ਉਹ ਤੋਂ ਬਾਅਦ 'ਚ ਨਹੀਂ ਮੇਰੇ ਘਰ ਆਏ ਹੈ ਉਹ। ਤੇ ਗੁਜ਼ਰ ਬਸਰ ਕਿਵੇਂ ਹੁੰਦਾ ਤੁਹਾਡਾ? ਬਹੁਤ ਔਖਾ ਕਰਦੇ ਪਏ ਆ ਜੀ। ਇਹ ਜਿਹੜੇ ਯਾਨੀ ਕਿ ਮੱਝ ਰੱਖੀ ਦੀ ਸੀ, ਕੋਈ ਪੈਲੀ ਬੰਨਾ ਵੀ ਹੈ ਜਿਹੜੇ ਪੱਠੇ ਪੁੱਠੇ? ਨਹੀਂ ਜੀ, ਮੈਂ ਪਹਿਲਾਂ ਫੁੱਟਬਾਲ ਸੀਂਦਾ ਰਿਹਾ ਹਾਂ, ਭੱਠਾ ਬੰਦ ਸੀ, ਫੁੱਟਬਾਲ ਸੀਂਦਾ ਰਿਹਾ, ਫੁੱਟਬਾਲ ਸੀ ਕੇ ਮੈਂ ਬਾਹਰੋਂ ਬੰਨਿਆਂ ਤੋਂ ਪੱਠੇ ਵੱਢ ਕੇ ਲਿਆਂਦਾ ਰਿਹਾ। ਮੇਰੇ ਤੇ ਆਪਣੀ ਪੈਲੀ ਵੀ ਨਹੀਂ ਜਿਹੜੀ ਮੈਂ ਪੱਠੇ ਵੱਢਣੇ ਨੇ। ਲੋਕਾਂ ਦੀਆਂ ਫਸਲਾਂ ਦੇ ਵਿੱਚੋਂ ਪੱਠੇ ਵੱਢ ਕੇ ਲਿਆਂਦਾ, ਕੋਈ ਗਾਲਾਂ ਦਿੰਦਾ ਸੀ, ਕੋਈ ਕੁਛ ਕਰਦਾ ਸੀ, ਕੋਈ ਕੁਛ ਕਹਿੰਦਾ ਸੀ।
ਤੇ ਮੈਂ ਫੇਰ ਵੀ ਮਾੜਾ ਚੰਗਾ ਆਪਣੇ ਉਸ ਮੱਝ ਨੂੰ ਪੱਠੇ ਪਾ ਹੀ ਜਾਂਦਾ ਹਾਂ ਨਾਲ ਨਾਲ। ਮੱਝ ਜਿਹੜੀ ਹੈ 3 ਲੱਖ ਦੀ ਸੀ, ਹੁਣ ਤੇ ਵੈਸੇ ਹੀ ਉਹਨੂੰ ਜਿਹੜਾ ਨਾ ਬਿਲਕੁਲ ਸੂਣ ਦੇ ਕਰੀਬ ਹੀ। ਤੇ ਕਿੰਨੀ ਕੁ ਮਾਲੀਅਤ ਦੀ, ਕਿੰਨੀ ਕੁ ਉਹਦੀ ਰਕਮ ਲੱਗ? ਤਕਰੀਬਨ 7.5 ਲੱਖ ਰੁਪਈਆ ਮਿਲਦਾ ਪਿਆ ਸੀ ਤੇ ਮੈਂ ਨਹੀਂ ਹਲੇ ਤੱਕ ਦਿੱਤੀ ਹੈ। ਮੈਂ ਕਹਿੰਦਾ ਉਹ ਬਣਾ ਕੇ ਸੂਣ ਤੇ ਪੁੱਜ ਜਾਏਗੀ ਨਾ, ਢੁੱਕ ਜਾਏਗੀ ਤੇ ਫੇਰ ਉਹਨੂੰ ਦੇਵਾਂਗੇ। ਬਹੁਤੇ ਪੈਸੇ ਆਂਦੇ, ਮੈਂ ਤਾਂ ਗਰੀਬ ਬੰਦਾ ਵਾਂ, ਮੇਰੇ ਛੋਟੇ ਛੋਟੇ ਬੱਚੇ ਨੇ। ਮੈਂ ਜੇ ਆਪਣੇ ਕਹਿੰਦਾ ਹਾਂ ਉਹ ਮੇਰਾ ਹਿਸਾਬ ਕਿਤਾਬ ਤੋੜ ਪੜੇਗਾ, ਮੈਨੂੰ ਜ਼ਿਆਦਾ ਪੈਸੇ ਮਿਲਣਗੇ ਉਹਦੇ। ਮੈਨੂੰ ਅੱਜ ਤੇ ਮੈਂ ਉਹਦਾ ਭਾਈਵਾਲ ਹਾਂ, ਮੈਂ ਚਾਹੁੰਦਾ ਹਾਂ ਮੇਰੇ ਮਕਾਨ ਬਣ ਜਾਂਦੇ। ਮੇਰੇ ਤੇ ਇੰਨੀ ਹਸੀਅਤ ਵੀ ਨਹੀਂ ਹੈਗੀ, ਮੈਂ ਜਿਸ ਆਪਣੇ ਮਕਾਨ ਹੀ ਆਪਣੇ ਬੱਚਿਆਂ ਨੂੰ ਜਿਹੜਾ ਛੱਤ ਹੀ ਅੱਛਾ ਦੇ ਸਕਾਂ ਉਹਨਾਂ ਨੂੰ। ਜਿਹੜੀ ਹੁਣ ਯਾਨੀ ਕਿ ਪੁਲਿਸ ਵਾਲਿਆਂ ਦੀ ਤਰਫੋਂ ਕੀ ਤੁਹਾਨੂੰ ਰਿਸਪੌਂਸ ਦਿੱਤਾ ਜਾ ਰਿਹਾ, ਯਾਨੀ ਕਿ ਕੀ ਕਹਿੰਦੇ ਨੇ ਪੁਲਿਸ? ਪੁਲਿਸ ਵਾਲਿਆਂ ਨੇ ਫਿਲਹਾਲ ਉਹ ਮਾਲਕਾਂ ਨੂੰ ਪਤਾ ਹੈ, ਮੇਰੇ ਤੱਕ ਹਾਲੇ ਤੱਕ ਪੁਲਿਸ ਵਾਲਿਆਂ ਨੇ ਕੋਈ ਰਿਪੋਰਟ ਨਹੀਂ ਦਿੱਤੀ ਹੈਗੀ। ਅੱਛਾ, ਜਿਹੜੇ ਇਹ ਕਾਮੇ ਬਾਲਾ ਨੇ ਯਾਨੀ ਕਿ ਜਿਹੜੇ ਅਫਸਰਾਨ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਕੋਲੋਂ ਇਨਸਾਫ ਚਾਹੁੰਦਾ ਜੀ, ਮੈਨੂੰ ਉਹ ਜਾਂ ਮੁਆਵਜ਼ਾ ਦਿੱਤਾ ਜਾਏ ਜਾਂ ਮੇਰੀ ਮੱਝ ਮੈਨੂੰ ਵਾਪਸ ਦਿੱਤੀ जाए। देखिए जी नाजरीन, इंतहाई गरीब आदमी है। पता नहीं कैसे इनके घर में चूल्हा जलता है या नहीं चलता, इनके घर रोटी है या नहीं है, लेकिन इन्होंने जो है वो कभी भट्टे पे काम करते हैं, अगर भट्टा बंद हो जाए तो फुटबॉल सिलाई करते हैं। इतनी महंगाई में जो है वो गुजर बसर करना बहुत मुश्किल है। तो देखें, ये गरीब आदमी है। मेरी इहकाम बाला से, आला अफसरान से गुजारिश है, या तो इसकी भैंस जो है वो रिकवर करवाई जाए, अगर रिकवर नहीं करवा सके तो इसका मुआवजा अदा किया जाए। देखें, जो बंदा असरो सूख रखता है उनके घर डीपीओ भी पहुंच जाता है। राणा मनान साहब एमपी है, जो इस इलाके के एमपी हैं, वो भी पहुंच जाते हैं। एमएनए साहब भी पहुंच जाते हैं, एमएनए साहब की कॉल भी आ जाते हैं, डीपीओ साहब नारवल से चल के उनके घर यहाँ आ जाते हैं। तो जो बंदा माड़ा गरीब आदमी है ਉਹਦੇ ਘਰ ਕੋਈ ਨਹੀਂ ਆਂਦਾ, ਉਹਨੂੰ ਪੁੱਛਦਾ ਹੀ ਕੋਈ ਨਹੀਂ, ਠੀਕ ਹੈ। ਉਹਨਾਂ ਦੀ ਸੁਣਵਾਈ ਕੋਈ ਨਹੀਂ ਹੁੰਦੀ। ਗਰੀਬ ਆਦਮੀ ਹੈ, ਅੱਜ 4-5 ਦਿਨ 6 ਦਿਨ ਹੋ ਗਏ ਨੇ ਮੱਝ ਗਵਾਚਿਆਂ, ਲੇਕਿਨ ਹਜੇ ਤੱਕ ਕੋਈ ਬੰਦਾ ਪੁੱਛਣ ਵਾਲਾ ਨਹੀਂ ਹੈ, ਕੋਈ ਇਹਨਾਂ ਨੂੰ ਯਾਨੀ ਕਿ ਆਸ ਉਮੀਦ ਲਾਉਣ ਵਾਲਾ ਨਹੀਂ ਹੈ, ਠੀਕ ਹੈ। ਤੇ ਸਾਡੇ ਹਕਾਮੇ ਬਾਲਾ ਅੱਗੇ ਬੜੀ ਆਜਾਨਾ ਅਪੀਲ ਹੈ ਕਿ ਇਸ ਬੰਦੇ ਦੀ ਮੱਝ ਲੱਭ ਕੇ ਦਿੱਤੀ ਜਾਏ। ਜੇ ਮੱਝ ਨਹੀਂ ਲੱਭ ਕੇ ਦੇ ਸਕਦੇ ਤੇ ਕਮ ਸੇ ਕਮ ਇਸ ਬੰਦੇ ਦੀ ਜਿਹੜੀ ਇਹਨਾਂ ਕੋਲ ਮੁਆਵਜ਼ਾ ਦਿੱਤਾ ਜਾਏ, ਇਹਨੂੰ ਰਿਕਵਰੀ ਕਰਕੇ ਦਿੱਤੀ ਜਾਏ। ਮਾੜਾ ਗਰੀਬ ਆਦਮੀ ਹੈ, ठीक है, ना घर पे छत है, ना अपने बच्चों वाला तलीम दे सकता है, पता नहीं रोटी जड़ी है वो कैसे पूरी कर रहा है। अब हम इनकी अहलिया से बात करते हैं, उनको कैसे इस खबर का पता चला। अस्सलाम वालेकुम। ਵਾਲੇਕੁਮ ਸਲਾਮ। ਤੁਸੀਂ ਤੇ ਆਪਣੇ ਪਿੰਡ ਗਏ ਦੇ ਸੀ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੱਝ ਚੋਰੀ ਹੋ ਗਈ? ਮੈਨੂੰ ਭਾਈ ਮੇਰੀ ਨਾ ਜਠਾਣੀ ਨੇ ਦੱਸਿਆ ਵਾ ਤੇ ਇਹ ਮੱਝ ਘਰੋਂ ਖੁੱਲ ਗਈ ਹੈ। ਇਹ ਫੋਨ ਕਰਦੇ ਫਿਰ ਸਾਨੂੰ ਇਹਨਾਂ ਦੇ ਮੋਬਾਈਲ 'ਚ ਬੈਲੈਂਸ ਨਹੀਂ ਸੀ ਹੈ। ਮੈਂ ਆਪਣੇ ਮਾਇਕੇ ਗਈ ਦੀ ਹਾਂ ਵੀ ਉੱਥੇ ਜ਼ਕਾਤ ਫਤਰਾਨਾ ਲੋਕੀ ਦਿੰਦੇ ਸੀ, ਮੇਰੇ ਘਰ ਦੇ ਹਾਲਾਤ ਨਹੀਂ ਸੀ ਸਹੀ ਹੈ। ਮਾਲਕ ਮੇਰੇ ਨੇ ਦਿਲ ਦਾ ਮਸਲਾ ਨਾਲ ਉਹਦੇ ਪੱਸਿਆਂ 'ਚ ਸੱਟ ਲੱਗੀ ਦੀ ਹੈ ਤੇ ਅਸੀਂ ਛੋਟੀ ਜਿਹੀ ਰੱਖੀ ਦੀ ਸੀ ਮੱਝ। ਚਲੋ ਅਸੀਂ ਆਪਣੇ ਬੱਚਿਆਂ ਤੋਂ ਵੱਧ ਕੇ ਪਾਲੀ ਦੀ ਸੀ, ਲੇਕਿਨ ਅਸੀਂ ਉਹਦੀਆਂ ਬੜੀਆਂ ਆਸਾਂ ਲਾਈ ਦੀਆਂ ਸੀ ਦਿਲ 'ਚ। ਤੇ ਸਾਨੂੰ ਇਹ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ, ਸਾਡੀ ਮੱਝ ਵਾਪਸ ਜਿਸ ਤਰ੍ਹਾਂ ਗਈ ਆ ਉਹ ਸਾਂ ਜੇ ਸਾਨੂੰ ਤਾਂ ਉਹੀ ਆਸਰਾ ਵਾ। ਤੁਹਾਡੇ ਮਾਲਕ ਪਸਲੀਆਂ ਦੇ ਦਰਦ ਲਈ ਤਕਲੀਫ ਦੇ ਬਾਵਜੂਦ ਵੀ ਭੱਠੇ ਦੇ ਕੰਮ ਕਰਦੇ? ਹਾਂਜੀ ਭੱਠੇ ਦੇ ਕਰਦੇ ਆ, ਲੇਕਿਨ ਹੁਣ ਹੁੰਦਾ ਨਹੀਂ, ਫੁੱਟਬਾਲ ਸਿਲਾਈ ਕਰਦੇ ਦੇ ਨੇ, ਨਾਲ ਨਾਲ ਮੱਝ ਨੂੰ ਪੱਠੇ ਪਾਉਂਦੇ ਦੇ ਨੇ ਬਾਹਰ ਪੈਲੀਆਂ 'ਚ ਲਿਆ ਕੇ। ਹਾਂਜੀ ਦੇਖਿਆ ਨਾਜ਼ਰੀਨ, ਦਿਲ ਦੀ ਤਕਲੀਫ ਤੇ ਪਸਲੀਆਂ 'ਚ ਦਰਦ, ਉਸ ਦੇ ਬਾਵਜੂਦ ਭੱਠੇ ਤੇ ਕੰਮ ਕਰ ਰਹੇ ਨੇ। ਭੱਠੇ ਤੇ ਕੰਮ ਕਰਨਾ ਕੋਈ ਆਸਾਨ ਕੰਮ ਨਹੀਂ ਹੈਗਾ, ਯਾਨੀ ਕਿ ਮਾੜੇ ਹਾਲਾਤ ਨੇ ਕਿ ਜਿਹੜੇ ਨੇ ਇਹ ਭੱਠੇ ਤੇ ਕੰਮ ਕਰਨ ਤੇ ਮਜਬੂਰ ਨੇ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਕਾਮੇ ਬਾਲਾਂ ਨੂੰ? ਅਸੀਂ ਚਾਹੁੰਦੇ ਹਾਂ ਸਾਡੀ ਮਦਦ ਕਰਨ, ਇਹ ਕਿ ਜਿਸ ਤਰ੍ਹਾਂ ਸਾਡੀ ਝੋਟੀ ਗਈ ਆ ਉਹ ਸਾਂ ਹੀ, ਨਹੀਂ ਤੇ ਫਿਰ ਸਾਡੇ ਚਲੋ ਹੈਲਪ ਕਰਨ। ਅਸੀਂ ਜ਼ਿਆਦਾ ਬਹੁਤੇ ਹੀ ਮਾਰੇ ਆ ਭਾਈ, ਕਿਹੜੇ ਸਾਡੇ ਇੱਕ ਕੋਈ ਕੋਠਾ ਲਗਾ ਸੀ ਜਿਹਨੇ ਕਿਸੇ ਨੂੰ ਝੋਟੀ ਖੋਲੀ, ਉਹਨੇ ਵੀ ਨਹੀਂ ਵੇਖਿਆ ਕਿ ਕੱਖਾਂ ਦੀ ਕੁੱਲੀ ਪਾ ਕੇ ਬੈਠੇ ਦੇ ਨੇ। ਇਹ ਉਹਨਾਂ ਨੂੰ ਤਰਸ ਆਉਣਾ ਚਾਹੀਦਾ ਸੀ, ਕੋਈ ਅਮੀਰ ਹੋਏ ਤੇ ਫਿਰ ਤੇ ਇਸ ਤਰ੍ਹਾਂ ਦਾ ਕੰਮ ਹੁੰਦਾ। ਅੱਜ ਕਿੰਨੇ ਦਿਨ ਹੋ ਗਿਆ ਕੋਈ ਪਤਾ ਨਹੀਂ ਲੱਗਦਾ ਪਿਆ, ਮਾਲਕ ਵੀ ਢਿੱਲੇ ਪਏ ਦੇ ਨੇ ਤੇ ਅਸੀਂ ਮਾਰਿਆਂ ਨੇ ਕੀ ਕਰਨਾ। ਸਾਡੇ ਕੋਲ ਤੇ 1 ਰੁਪਈਆ ਵੀ ਨਹੀਂ ਹੈ ਜਿਹੜਾ ਅਸੀਂ ਕਿਤੇ ਜਾ ਸਕੀਏ ਗਾਂਹ ਪਿਛਾਂ। ਛੋਟੇ ਛੋਟੇ ਬੱਚੇ ਨੇ, ਇੰਨੀ ਮਹਿੰਗਾਈ ਹੈ, ਬੱਚਿਆਂ ਦਾ ਪੇਟ ਪਾਲਣਾ ਬੜਾ ਔਖਾ ਹੈ ਤੇ ਘਰ ਦੇ ਨਿਜ਼ਾਮ ਕਿਸ ਤਰ੍ਹਾਂ ਪੂਰੇ ਕਰਨੇ ਨੇ, ਇਹ ਗੱਲ ਹੈ ਭਾਈ। ਤੇ ਜਦੋਂ ਤੁਹਾਡੇ ਮਾਲਕ ਅੱਗੇ ਪਿੱਛੇ ਹੁੰਦੇ ਸੀ, ਮੱਝ ਨੂੰ ਤੁਸੀਂ ਵੀ ਸਾਂਭਦੇ ਸੀ? ਹਾਂਜੀ ਮੈਂ ਵੀ ਭਾਈ ਸਾਹਮਣੇ ਉਹਨੂੰ ਪਾਣੀ ਡਾਹਨੀ ਹਾਂ, ਪੱਠੇ ਪਾਉਂਦੀ ਹਾਂ, ਬੰਨ੍ਹਨੀ ਸਾਂ ਉਹਨੂੰ, ਉਹਦੀ ਸੇਵਾ ਸੁਵਾ ਕਰਦੇ ਸੀ। ਅਸੀਂ ਆਪਣੇ ਬੱਚਿਆਂ ਵਾਂਗੂ ਸਾਂਭੀ ਦੀ ਸੀ, ਸਾਡੀ ਤੇ ਧੀ ਸੀ ਉਹ। ਇਹ ਵੀ ਦਿਹਾੜਾ ਵੰਡਾਉਣ ਦਾ ਨਾਂ ਲੈਂਦੇ ਸੀ ਤੇ ਮੈਂ ਕਿਹਾ ਨਹੀਂ ਅਜੇ ਨਹੀਂ ਅਸੀਂ ਵੰਡਾਉਣਾ ਹੈਗਾ, ਅਸੀਂ ਇਹ ਤੋੜ ਚੜੇਗੀ ਤੇ ਫਿਰ ਅਸੀਂ ਵੰਡਾਉਣਾ। ਦੇਖਿਆ ਜੀ, ਉਹਨਾਂ ਮੱਝ ਨੂੰ ਆਪਣੀ ਧੀ ਵਾਂਗ ਪਾਲਿਆ, ਉਹਨਾਂ ਨੇ ਕਿ ਅਸੀਂ ਮੱਝ ਨੂੰ ਆਪਣੀ ਧੀ ਵਾਂਗ ਪਾਲਿਆ। ਤੇ ਦੇਖੋ ਉਹਨਾਂ ਕਿੱਡੀ ਮੁਹੱਬਤ ਨਾਲ ਉਹਨੂੰ ਪਾਲਿਆ, ਲੇਕਿਨ ਜਿਹਨੇ ਚੋਰੀ ਕੀਤੀ ਆ ਉਹਨੂੰ ਵੀ ਮਾਸਾ ਸ਼ਰਮ ਨਹੀਂ ਆਈ, ਉਹਨੂੰ ਮਾਸਾ ਗੈਰਤ ਨਹੀਂ ਆਈ
ਕਿ ਮੈਂ ਕਿੱਥੋਂ ਮੱਝ ਚੋਰੀ ਕਰਕੇ ਲੈ ਰਿਹਾ। ਮਕਾਨ ਉੱਤੇ ਛੱਤ ਨਹੀਂ ਹੈ, ਮਾੜੇ ਆਦਮੀ ਨੇ, ਖਾਣ ਨੂੰ ਘਰ ਰੋਟੀ ਨਹੀਂ ਹੈ, ਚੁੱਲ੍ਹਾ ਨਹੀਂ ਜਲਦਾ, ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਹੇ ਨੇ। ਲੇਕਿਨ ਫਿਰ ਵੀ ਸਾਡੀ ਹਕਾਮੇ ਬਾਲਾ ਅੱਗੇ ਗੁਜ਼ਾਰਿਸ਼ ਹੈ ਕਿ ਇਹਨਾਂ ਦੀ ਰਿਕਵਰੀ ਕੀਤੀ ਜਾਏ, ਇਹਨਾਂ ਦੀ ਮੱਝ ਲੱਭ ਕੇ ਦਿੱਤੀ ਜਾਏ, ਨੂੰ ਮੁਆਵਜ਼ਾ ਦਿੱਤਾ ਜਾਏ, ਜਾਂ ਕੋਈ ਹੋਰ ਸਾਡਾ ਨਾਜ਼ਰੀਨ ਵੇਖ ਰਿਹਾ ਜਿਹੜਾ ਇਹਨਾਂ ਦੀ ਹੈਲਪ ਕਰਨਾ ਚਾਹੇ ਉਹ ਇਹਨਾਂ ਦੀ ਮਦਦ ਕਰੇ। ਇਸ ਦੇ ਨਾਲ ਹੀ ਆਪਣੀ ਮੇਜ਼ਬਾਨੀ ਬੇਰਹਿਮਾਨ ਨੂੰ ਇਜਾਜ਼ਤ ਦੀजिएगा। अल्लाह हाफिज़।